ਅਸਲਾਮ ਵਾਲੇਕੁਮ ਵਰਹਿਮਤੁல்லாਹਿ ਵਬਰਕਾਤੁਹ। ਦੋਸਤੋ, ਇੱਕ ਚੀਜ਼ ਅਸੀਂ ਸੁਣਦੇ ਆਏ ਹਾਂ ਕਿ ਜਦੋਂ ਇਨਸਾਨ ਨੇ ਫੌਤ ਹੋਣਾ ਹੈ ਨਾ, ਉਹਨੂੰ ਦੋ ਕਿਸਮ ਦੇ ਮਾਮਲਾਤ ਹੋਣੇ ਨੇ। ਇੱਕ ਹਕੂਕੁੱਲਾ, ਇੱਕ ਹਕੂਕੁਲਬਾਦ। ਹਕੂਕੁੱਲਾ ਉਹ ਜਿਹੜੇ ਅੱਲਾਹ ਤਾਲਾ ਦੇ ਹਕੂਕ ਨੇ, ਜਿਸ ਤਰ੍ਹਾਂ ਨਮਾਜ਼ ਪੜ੍ਹਨਾ, ਰੋਜ਼ਾ ਰੱਖਣਾ, ਅਤੇ ਇਹ ਚੀਜ਼ਾਂ ਜਿਹੜੀਆਂ ਨੇ ਹਕੂਕੁੱਲਾ ਦੇ ਵਿੱਚ ਆਉਂਦੀਆਂ ਨੇ। ਕੁਰਾਨ ਕਰੀਮ ਪੜ੍ਹਨਾ ਜਾਂ ਜੋ ਵੀ ਇਹ ਅੱਲਾਹ ਤਾਲਾ ਦੇ ਲਈ ਨੇ, ਕਿ ਅੱਲਾਹ ਤਾਲਾ ਦੇ ਲਈ ਅਸੀਂ ਕੰਮ ਕਰਨੇ ਹੁੰਦੇ। ਇੱਕ ਹਕੂਕੁਲਬਾਦ ਹੁੰਦੇ ਜਿਹੜੇ ਬੰਦਿਆਂ ਦੇ ਕੰਮ ਆਉਣਾ ਹੈ। ਕਿਸੇ ਮੁਸਾਫਰ ਦੇ ਕੰਮ ਆ ਗਏ, ਕਿਸੇ ਹੋਰ ਦੋਸਤ ਦੇ ਕੰਮ ਆ ਗਏ, ਰਿਸ਼ਤੇਦਾਰ ਦੇ ਕੰਮ ਆ ਗਏ, ਕਿਸੇ ਆਮ ਇਨਸਾਨ ਦੇ ਕੰਮ ਆ ਗਏ। ਇਹ ਹਕੂਕੁਲਬਾਦ ਦੇ ਵਿੱਚ ਆਉਂਦਾ ਹੈ। ਅਤੇ ਅੱਲਾਹ ਤਾਲਾ ਜਿਹੜਾ ਹੈ ਨਾ, ਜਿਹੜੇ ਹਕੂਕੁੱਲਾ ਨੇ ਜਿਹੜੇ, ਉਹਨਾਂ ਦਾ ਤਾਂ ਕਹਿੰਦੇ ਨੇ, ਜੋ ਸੁਣਨ 'ਚ ਆਇਆ ਕਿ ਉਹਨਾਂ 'ਤੇ ਖੁਦਾ ਤਾਲਾ ਮਾफ़ੀ ਦੇ ਦੇਗਾ। ਜਿਹੜੇ ਹਕੂਕੁਲਬਾਦ ਨੇ ਨਾ, ਉਹਨਾਂ ਦੀ ਮਾफ़ੀ ਦੇ ਚਾਂਸ ਘੱਟ ਨੇ। ਅਤੇ ਇਹ ਕੱਲ੍ਹ ਹੀ ਦਾ ਵਾਕਿਆ ਹੈ ਕਿ ਇੱਕ ਕਾਮੇਡੀਅਨ ਜਿਹੜਾ ਅਮਾਨੁੱਲਾ, ਜਿਹਨੇ ਇੱਕ ਅਰਸਾ ਦਰਾਜ਼ ਸਟੇਜ ਸ਼ੋਅ ਦੇ ਉੱਤੇ ਕੰਮ ਕੀਤਾ ਹੈ ਅਤੇ ਥੀਏਟਰ ਵਗੈਰਾ ਦੇ ਉੱਤੇ ਉਹਨੇ ਲੋਕਾਂ ਨੂੰ ਹਸਾਇਆ ਹੈ। ਉਹਦਾ ਮੈਂ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਸੁਣ ਰਿਹਾ ਸੀ। ਉਹਨੂੰ ਜਿਹੜਾ ਇੰਟਰਵਿਊ ਲੈਣ ਵਾਲਾ ਇਸ ਤਰ੍ਹਾਂ ਬੰਦਾ, ਉਹ ਕਹਿ ਰਿਹਾ ਸੀ ਕਿ ਅਮਾਨੁੱਲਾ ਨੂੰ ਕਿ ਤੂੰ ਕੁਝ ਜੋੜਿਆ ਕੁਛ ਨਹੀਂ, ਤੂੰ ਸ਼ੁਰੂ ਤੋਂ ਕਮਾਉਂਦਾ ਆ ਰਿਹਾ। ਅਤੇ ਮਾਸ਼ਾਅੱਲਾ ਜਦੋਂ ਇਸ ਫੀਲਡ ਦੇ ਵਿੱਚ ਤੂੰ ਆਇਆ ਸੀ, ਸਾਡੇ ਨਾਲ ਮਤਲਬ ਇਬਤਦਾਈ ਲੋਕਾਂ ਦੇ ਵਿੱਚ ਸੀ, ਅਤੇ ਤੂੰ ਬਹੁਤ ਸਾਰਾ ਕਮਾਇਆ। ਉਹਨੇ ਕਿਹਾ ਕਿ ਮੈਂ ਕਮਾਇਆ ਹੈ, ਮਗਰ ਜਦੋਂ ਮੈਨੂੰ ਕੋਈ ਮਿਲਦਾ ਸੀ ਅਤੇ ਮੇਰੇ ਕੋਲੋਂ ਲੈਣ ਵਾਲੇ ਵੀ ਹੁੰਦੇ ਸੀ ਕੋਈ ਛੜੇ ਗਏ, ਕਿ ਜੈਸਾ ਕੋਈ ਗਰੀਬਾਂ ਨੂੰ ਵੰਡ ਦਿੰਦਾ ਸੀ ਉਹ, ਜਾਂ ਕਿਸੇ ਬੇਵਾ ਦੀ ਹੈਲਪ ਕਰਦਾ ਹੋਏਗਾ, ਜਾਂ ਕਿਸੇ ਉਹ ਮਤਲਬ ਕਿ ਮਜ਼ਦੂਰ ਆਦਮੀ ਨੂੰ ਦੇ ਦਿੰਦਾ ਹੋਏਗਾ ਕੋਈ ਥੋੜ੍ਹੇ ਬਹੁਤੇ ਪੈਸੇ, ਉਹ ਇਸੇ ਤਰ੍ਹਾਂ, ਜਾਂ ਕੋਈ ਆਟਾ ਲਿਆ ਦਿੰਦਾ ਹੋਏਗਾ, ਚਾਵਲ ਦਾਲਾਂ ਲਿਆ ਦਿੰਦਾ ਹੋਏਗਾ। ਉਹ ਦੱਸ ਰਿਹਾ ਸੀ ਕਿ ਮੈਂ ਇਸ ਕਿਸਮ ਦੇ ਕੰਮ ਕਰਦਾ ਰਿਹਾ, ਜਿਸ ਵਜ੍ਹਾ ਤੋਂ ਮੈਂ ਕਦੇ ਜੋੜਿਆ ਨਹੀਂ, ਅਤੇ ਨਾ ਮੈਨੂੰ ਕਦੇ ਕੋਈ ਟੈਨਸ਼ਨ ਹੋਈ ਹੈ ਕਿ ਮੈਂ ਕੋਈ ਕਮਾਇਆ ਸੀ ਅਤੇ ਉਹਨੂੰ ਕਿਤੇ ਐਸੇ ਗਲਤ ਜਗ੍ਹਾ ਉੱਤੇ ਸੁੱਟਦਾ ਹੈ, ਸ਼ਰਾਬ ਪੀ ਲਈ, ਜੂਆ ਖੇਡੇ, ਜਾਂ ਕੋਈ ਹੋਰ ਚੀਜ਼। ਕਹਿੰਦਾ ਉਹਦੀ ਮੈਨੂੰ ਟੈਨਸ਼ਨ ਵੀ ਕਦੇ ਨਹੀਂ ਹੋਈ। ਮੈਂ ਕੋਸ਼ਿਸ਼ ਕਰਦਾ ਵਾਂ ਕਿ ਜਿੰਨਾ ਮੈਨੂੰ ਤੌਫੀਕ ਮਿਲੇ ਅੱਲਾਹ ਤਾਲਾ ਤਰਫੋਂ ਮੈਂ ਕਿਸੇ ਹੋਰ ਦੇ ਕੰਮ ਆ ਸਕਾਂ। ਅਤੇ ਅੱਜ ਉਹਦਾ ਪਤਾ ਚੱਲਿਆ ਕਿ ਉਹਦੀ ਜਦੋਂ ਤਦਫੀਨ ਦਾ ਮਾਮਲਾ ਆਇਆ ਵੀ, ਅਤੇ ਕੁਛ ਉਲਮਾਵਾਂ ਨੇ ਜਿਹੜਾ, ਜਿਨ੍ਹਾਂ ਨੇ ਉਹਨਾਂ ਨੇ ਸ਼ੋਰ ਪਾਇਆ ਕਿ ਇਹਦੀ ਤਦਫੀਨ ਨਹੀਂ ਹੋ ਸਕਦੀ, ਇਹ ਕੋ ਡਰਾਮੇ ਕੰਮ ਕਰਦਾ ਸੀ ਜਾਂ ਜੋ ਵੀ ਸੀ, ਉਹਨੂੰ ਕਿਹਾ ਜਾ ਕਿ ਮਰਾਸੀ ਸੀ ਜਾਂ ਜੋ ਵੀ ਸੀ, ਅਤੇ ਇਹਦੀ ਨਾ ਤਦਫੀਨ ਹੋਣੀ ਨਾਮੁਮਕਿਨ ਹੈ। ਅਤੇ ਮੈਂ ਇੱਕ ਬਜ਼ੁਰਗਾਂ ਕੋਲ ਇੱਕ ਵਾਕਿਆ ਸੁਣਿਆ ਸੀ, ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਦੇ ਜ਼ਮਾਨੇ ਦਾ ਵਾਕਿਆ, ਕਿ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਉਹਨਾਂ ਦੇ ਜ਼ਮਾਨੇ ਦੇ ਵਿੱਚ ਇੱਕ ਸ਼ਖਸੀਅਤ ਤੋਂ ਬੂਰਾ ਵਜਾਉਂਦਾ ਸੀ। ਉਸ ਜ਼ਮਾਨੇ 'ਚ ਕੋਈ ਸਰੰਗੀ ਸਮਝ ਲਓ ਜਾਂ ਜੋ ਵੀ ਹੈਗਾ, ਕਿ ਮਿਊਜ਼ਿਕ ਵਜਾਉਂਦਾ ਸੀ ਅਤੇ ਨਾਲ ਨਾਲ ਗਾਉਂਦਾ ਸੀ, ਅਤੇ ਇਹੋ ਜਿਹੀ ਉਹਦੀ ਕਮਾਈ ਦਾ ਜ਼ਰੀਆ ਸੀ। ਇਹ ਜਦੋਂ ਕਮਾਈ ਦਾ ਜ਼ਰੀਆ ਸੀ, ਅਤੇ ਉਹ ਸਾਰੀ ਜ਼ਿੰਦਗੀ ਜਿਹੜਾ ਹੈ ਨਾ, ਉਹ ਨਾ ਤਾਂ ਮੇਰੇ ਨਾਲ ਕੋਈ ਨਮਾਜ਼ ਪੜ੍ਹਦਾ ਸੀ, ਨਾ ਕੋਈ ਹੋਰ ਕੋਈ ਇਬਾਦਤ ਕਰਦਾ ਸੀ। ਉਹ ਸਿਰਫ ਆਪਣਾ ਉਹ ਸਜ਼ੀਨਾ ਵਜਾਉਂਦਾ ਸੀ, ਜਿਹੜੇ ਉਹਨੂੰ ਪੈਸੇ ਇਕੱਠੇ ਹੁੰਦੇ ਸੀ ਉਹਦੇ ਰੋਟੀ ਖਾਣਾ ਪੀਣਾ ਖਾ ਪੀ ਲੈਂਦਾ ਸੀ, ਆਪਣੇ ਬੱਚਿਆਂ ਲਈ ਲੈ ਜਾਂਦਾ ਸੀ, ਜਾਂ ਜੋ ਵੀ ਸੂਰਤ ਹਾਲ ਸੀ। ਉਹ ਜਦੋਂ ਬੁੱਢਾ ਹੋ ਗਿਆ, ਉਹਦੀ ਨਾ ਤਾਂ ਉਹਦੀ ਆਵਾਜ਼ ਹੀ ਸਾਥ ਦਿੰਦੀ ਸੀ, ਨਾ ਉਹ ਤਬੂਰਾ ਜਿਹਾ ਵਜਾ ਸਕਦਾ ਸੀ। ਅਤੇ ਇੱਕ ਦਿਨ ਜੰਨਤੁਲ ਬਕੀ ਦੇ ਵਿੱਚ ਜਾ ਕੇ ਬੈਠ ਗਿਆ, ਅਤੇ ਉੱਥੇ ਜਾ ਕੇ ਉਹਨੇ ਦੁਆ ਕਰਨੀ ਸ਼ੁਰੂ ਕਰਤੀ। ਉਹਨੇ ਦੁਆ ਕਰਨੀ ਸ਼ੁਰੂ ਕਰਤੀ ਕਿ ਇਹ ਖੁਦਾ ਤਾਲਾ, ਜਿੰਦਰ ਤੱਕ ਮੇਰੇ ਹੱਥਾਂ ਦੇ ਵਿੱਚ ਉਹ ਤਾਕਤ ਸੀ, ਮੈਂ ਉਹ ਤਬੂਰਾ ਜਿਹਾ ਵਜਾ ਲੈਂਦਾ ਸੀ। ਇਹ ਖੁਦਾ, ਜਿੰਦਰ ਤੱਕ ਮੇਰੇ ਆਵਾਜ਼ ਦੇ ਵਿੱਚ ਇੱਕ ਤਾਕਤ ਸੀ, ਮੈਂ ਗਾਣਾ ਜਾਂ ਜੋ ਵੀ ਉਸ ਜ਼ਮਾਨੇ ਦਾ ਕੋਈ ਨਗਮਾ ਹੋਏਗਾ ਜੋ ਵੀ, ਉਹ ਮੈਂ ਗਾ ਲੈਂਦਾ ਸੀ। ਅਤੇ ਅੱਲਾਹ ਤਾਲਾ ਮੈਨੂੰ ਤਾਂ ਰਿਜ਼ਕ ਆਪੇ ਹੀ ਆਈ ਜਾਂਦਾ ਸੀ, ਪੈਸੇ ਲੋਕ ਦੇ ਛੱਡਦੇ ਸੀ, ਮੈਂ ਖਾ ਪੀ ਲੈਂਦਾ ਸੀ। ਅਤੇ ਅੱਜ ਨਾ ਤਾਂ ਮੇਰੀ ਜ਼ੁਬਾਨ ਸਾਥ ਦਿੰਦੀ ਹੈ, ਅਤੇ ਨਾ ਮੇਰੇ ਹੱਥ ਸਾਥ ਦਿੰਦੇ, ਨਾ ਤਬੂਰਾ ਜਿਹਾ ਵੱਜਦਾ ਹੈਗਾ, ਅਤੇ ਨਾ ਮੈਂ ਗਾ ਸਕਦਾ ਵਾਂ। ਅਤੇ ਅੱਜ ਤਾਂ ਮੈਂ ਰੋਟੀ ਖਾਣ ਤੋਂ ਹੋ ਗਿਆ ਕਾਸਰ, ਅਤੇ ਤੂੰ ਵਾਅਦਾ ਕੀਤਾ ਹੈ ਕਿ ਮੈਂ ਆਪਣੇ ਬੰਦਿਆਂ ਦੀ ਰੋਟੀ ਦਾ ਬੰਦੋਬਸਤ ਕਰਨਾ ਵਾ ਇਸ ਦੁਨੀਆ 'ਤੇ, ਅਤੇ ਇਹ ਖੁਦਾ ਤੂੰ ਮੇਰੀ ਰੋਟੀ ਦਾ ਬੰਦੋਬਸਤ ਕਰ। ਉਹ ਸਜਦੇ ਪਿਆ, ਰੋ ਕਿਤੇ ਦੁਆਵਾਂ ਕਰਦਾ ਪਿਆ ਸੀ। ਅਤੇ ਹਜ਼ਰਤ ਉਮਰ ਰਜ਼ੀ ਤਾਲਾ ਨੂੰ ਅੱਲਾਹ ਤਾਲਾ ਦਾ ਇਲਹਾਮ ਹੋਇਆ ਕਿ ਇਹ ਉਮਰ ਜਾ, ਖਾਣਾ ਲੈ ਕੇ ਜਾ, ਅਤੇ ਜੰਨਤੁਲ ਬਕੀ ਦੇ ਵਿੱਚ ਬੈਠਾ ਇੱਕ ਮੇਰਾ ਬੰਦਾ ਤੇਰੇ ਕੋਲੋਂ, ਮਤਲਬ ਉਹ ਬੰਦਾ ਭੁੱਖ ਨਾਲ ਤੜਫਦਾ ਪਿਆ ਗਿਆ, ਅਤੇ ਜਾ ਉਹਦੇ ਲਈ ਖਾਣਾ ਲੈ ਕੇ ਜਾ। ਉਹ ਹਜ਼ਰਤ ਉਮਰ ਰਜ਼ੀ ਤਾਲਾ ਨੂੰ ਜਿਹੜੇ ਉਹਨਾਂ ਨੇ ਖਾਣਾ ਵਗੈਰਾ ਲਿਆ ਵੇ, ਅਤੇ ਜੀ ਗਏ ਨੇ ਜੰਨਤੁਲ ਬਕੀ ਦੇ ਵਿੱਚ। ਅਤੇ ਉੱਥੇ ਜਾ ਕੇ ਤੇ ਸੱਜੇ ਖੱਬੇ ਹਰ ਪਾਸੇ ਵੇਖਿਆ ਕੋਈ ਖੁਦਾ ਦਾ ਨੇਕ ਬੰਦਾ ਹੋਏ, ਕੋਈ ਬਜ਼ੁਰਗ ਜਿਹੜਾ ਇਬਾਦਤ ਕਰਦਾ ਹੋਏ, ਜਾਂ ਉਹਨਾਂ ਨੂੰ ਕਮ ਕਿ ਸ਼ਕਲੋਂ ਹੀ ਨਜ਼ਰ ਆ ਜਾਏ ਕਿ ਇੱਕ ਬਜ਼ੁਰਗ ਆਦਮੀ ਹੈ। ਉਹਨਾਂ ਸਾਰੀ ਜੰਨਤੁਲ ਬਕੀ ਵੇਖੀ, ਸੱਜੇ ਖੱਬੇ ਹਰ ਪਾਸੇ, ਉਹਨਾਂ ਨੂੰ ਕੋਈ ਬੰਦਾ ਨਹੀਂ ਨਜ਼ਰ ਆਇਆ। ਉਹ ਤਬੂਰੇ ਵਾਲਾ ਤੇ ਬੰਦਾ ਨਜ਼ਰ ਆਇਆ ਉਹਨਾਂ ਨੂੰ, ਕਿ ਉਹ ਜਿਹੜਾ ਤਬੂਰਾ ਵਜਾਉਂਦਾ ਹੁੰਦਾ ਸੀ। ਅਤੇ ਉਹ ਹਜ਼ਰਤ ਉਮਰ ਦੇ ਜ਼ਿਹਨ 'ਚ ਆਇਆ ਕਿ ਇਹਦਾ ਭਲਾ ਖੁਦਾ ਨਾਲ ਕੀ ਤਲਕ ਹੈ, ਇਹ ਤਾਂ ਸਾਰੀ ਉਮਰ ਗਾਉਂਦਾ ਰਿਹਾ, ਅਤੇ ਇਹ ਤਾਂ ਗਾਣ ਵਾਲਾ ਬੰਦਾ ਹੈਗਾ। ਹਜ਼ੂਰ ਜਿਹੜੇ ਨੇ ਉੱਥੋਂ ਵਾਪਸ ਆ ਗਏ ਨੇ, ਵੇਖ ਹੋ ਕੇ ਵਾਪਸ ਆਏ ਨੇ, ਅਤੇ ਫਿਰ ਹਜ਼ੂਰ ਨੂੰ ਇਲਹਾਮ ਹੋਇਆ ਹੈ ਕਿ ਜਾ ਕੇ ਮੇਰਾ ਬੰਦਾ ਉੱਥੇ ਭੁੱਖ ਨਾਲ ਤੜਪਦਾ ਪਿਆ, ਉਹਦੇ ਲਈ ਰੋਟੀ ਲੈ ਕੇ ਜਾਓ। ਉਹ ਫਿਰ ਹਜ਼ਰਤ ਉਮਰ ਰਜ਼ੀ ਤਾਲਾ ਅੰਹੂ ਗਏ ਹੈਗੇ ਨੇ, ਅਤੇ ਉਹ ਗਏ ਨੇ, ਅਤੇ ਜਾ ਕੇ ਅਤੇ ਉਹਨਾਂ ਫਿਰ ਉਹ ਸੱਜੇ ਖੱਬੇ ਹਰ ਪਾਸੇ ਵੇਖਿਆ,
ਕੋਈ ਉਹਨਾਂ ਨੂੰ ਬੰਦਾ ਨਾ ਨਜ਼ਰ ਆਏ, ਤੇ ਉਹ ਬੰਦਾ ਫਿਰ ਉਹ ਤਬੂਰੇ ਵਾਲਾ ਬੰਦਾ ਤੇ ਨਜ਼ਰ ਆਇਆ। ਤੇ ਫਿਰ ਉਹ ਵੀ ਹਜ਼ਰਤ ਉਮਰ ਦਾ ਬੜਾ ਰੂਪ ਸੀ, ਦਬਦਬਾ ਸੀ। ਉਹ ਜਦੋਂ ਕਿਤੇ ਹਜ਼ਰਤ ਉਮਰ ਰਜ਼ੀ ਅੱਲਾਹ ਤਆਲਾ ਅੰਹੂ ਦੇ ਪੈਰਾਂ ਦੀ ਆਹਟ ਸੁਣਦਾ ਸੀ ਨਾ, ਤੇ ਉੱਠ ਕੇ ਬਹਿ ਜਾਂਦਾ ਹੈਗਾ ਸੀ ਕਿ ਹਜ਼ੂਰ। ਤੇ ਉਹ ਜਦੋਂ ਵੇਖਦਾ ਸੀ ਹਜ਼ਰਤ ਉਮਰ ਆਏ ਨੇ, ਤੇ ਉਹ ਬੜੇ ਮਾਸ਼ਾਅੱਲਾ ਜੋਸ਼ੀਲੇ ਵੀ ਹੁੰਦੇ ਸੀ ਹਜ਼ਰਤ ਉਮਰ ਰਜ਼ੀ ਅੱਲਾਹ ਤਆਲਾ ਅੰਹੂ। ਤੇ ਉਹ ਉਹਨਾਂ ਦੇ ਰੋਬ ਤੇ ਦਬਦਬੇ ਜਿਹੜਾ, ਤਾਂ ਉਹ ਸਹਿਮ ਕੇ ਬੈਠ ਜਾਂਦਾ ਹੈਗਾ ਸੀ। ਤੇ ਹਜ਼ੂਰ ਵੀ ਵੇਖਦੇ ਸੀ ਤੇ ਹੋਰ ਤਾਂ ਕੋਈ ਬੰਦਾ ਕੋਈ ਨਹੀਂ, ਇਹ ਗਵਈਆ ਬੈਠਾ ਹੈ। ਤੇ ਉਹ ਹਜ਼ੂਰ ਨੇ ਸੋਚਿਆ ਇਹਦਾ ਤਾਂ ਸਾਡੀ ਜ਼ਿੰਦਗੀ ਰੱਬ ਨਾਲ ਕੋਈ ਤਲਕ ਹੀ ਨਹੀਂ ਸੀਗਾ, ਤੇ ਕੀ ਇਹਦੇ ਲਈ ਰੱਬ ਨੇ ਕਿਹਾ ਹੋਏਗਾ ਰੋਟੀ ਦਾ। ਉਹ ਫਿਰ ਵਾਪਸ ਜਦੋਂ ਗਏ ਨੇ ਦੁਬਾਰਾ ਕੁਛ ਦੇਰ ਵੇਖ ਹੋ ਕੇ, ਤੇ ਫਿਰ ਖੁਦਾ ਦਾ ਇਲਹਾਮ ਹੋਇਆ ਕਿ ਉਮਰ ਤੂੰ ਮੇਰਾ ਬੰਦਾ ਭੁੱਖ ਨਾਲ ਤੜਫਦਾ ਪਿਆ, ਉਹਲੇ ਤੂੰ ਖਾਣਾ ਲੈ ਕੇ ਜਾ। ਉਹ ਜੰਨਤੁਲ ਬਕੀ ਦੇ ਵਿੱਚ ਜਦੋਂ ਹਜ਼ੂਰ ਤੀਸਰੀ ਦਫਾ ਆਏ ਨੇ, ਤੇ ਉਸ ਸਜਦੇ 'ਚ ਪਿਆ ਸੀ ਤੇ ਰੋ ਰੋ ਕੇ ਰੱਬ ਕੋਲ ਦੁਆ ਕਰ ਰਿਹਾ ਸੀ, ਇਹ ਖੁਦਾ ਜਿੰਦਰ ਤੱਕ ਮੇਰੇ ਹੱਥਾਂ 'ਚ ਤਾਕਤ ਸੀ, ਜਿੰਦਰ ਤੱਕ ਮੇਰੇ ਜ਼ਬਾਨ 'ਚ ਤਾਕਤ ਸੀ, ਮੈਂ ਤੇਰੇ ਕੋਲ ਰਿਜ਼ਕ ਨਹੀਂ ਮੰਗਣ ਆਇਆ, ਨਾ ਰੋਟੀ ਮੰਗੀ ਹੈ, ਅੱਜ ਮੈਨੂੰ ਤੇਰੀ ਰੋਟੀ ਦੀ ਲੋੜ ਹੈ। ਫਿਰ ਹਜ਼ਰਤ ਉਮਰ ਰਜ਼ੀ ਅੱਲਾਹ ਨੂੰ ਜਾ ਕੇ ਵੇਖਿਆ, ਉਹ ਸਜਦੇ 'ਚ ਬਹਿ ਕੇ ਤੇ ਉਹ ਰੋ ਰੋ ਕੇ ਦੁਆਵਾਂ ਕਰ ਰਿਹਾ ਸੀ। ਹਜ਼ੂਰ ਨੇ ਉਹਨੂੰ ਚੁੱਕਿਆ, ਸੀਨੇ ਲਾਇਆ, ਉਹਨੂੰ ਨਾਲ ਲੈ ਕੇ ਆਏ ਨੇ, ਉਹਦੇ ਰਿਹਾਇਸ਼ ਦਾ ਬੰਦੋਬਸਤ ਕੀਤਾ, ਉਹਦੇ ਖਾਣ ਪੀਣ ਦਾ ਬੰਦੋਬਸਤ ਕੀਤਾ, ਜਿਹਨੂੰ ਵੇਖ ਕੇ ਤੇ ਅੱਜ ਯੂਰਪੀਅਨ ਲੋਕ ਵੀ ਬੈਨੀਫਿਟ ਜਿਹੜੇ ਅਸੀਂ ਸਾਨੂੰ ਲੋਕਾਂ ਨੂੰ ਮਿਲਦੇ ਨੇ, ਜੋ ਸੋਸ਼ਲ ਮਿਲਦੀ ਹੈ, ਜੋ ਵੀ ਮਿਲਦੇ ਆ, ਇਹ ਉਸੇ ਫਕੀਰ ਦੇ ਸਦਕੇ ਫਿਰ ਹਜ਼ੂਰ ਦੇ ਜ਼ਿਹਨ 'ਚ ਆਇਆ, ਜਾਂ ਹਜ਼ੂਰ ਨੇ ਅੱਲਾਹ ਤਾਲਾ ਦੇ ਫਜ਼ਲ ਨਾਲ ਜੋ ਵੀ ਹਜ਼ੂਰ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੇ ਇਹ ਸੋਸ਼ਲ ਜਾਂ ਬੈਨੀਫਿਟ ਵਗੈਰਾ ਇਹ ਸ਼ੁਰੂ ਕੀਤੇ ਸੀ। ਤੇ ਅੱਜ ਇੰਤਹਾਈ ਅਫਸੋਸ ਹੋਇਆ ਕਿ ਜਦੋਂ ਅਮਾਨੁੱਲਾ ਦੀ ਵਫਾਤ ਹੋਈ ਹੈ, ਤੇ ਉਦੋਂ ਉਹਦੇ ਉੱਤੇ ਫਤਵੇ ਲੱਗਦੇ ਪਏ ਸੀ ਕਿ ਇਹਦੀ ਇੱਥੇ ਤਦਫੀਨ ਨਹੀਂ ਹੋ ਸਕਦੀ, ਇਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਹਾਲਾਂਕਿ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਦੇ ਵਿੱਚ ਐਸੀਆਂ ਖਬਰਾਂ ਵੀ ਆਈਆਂ ਸੀ ਕਿ ਕੋਈ ਵਜ਼ੀਰ ਸੀ, ਉਹਨੇ ਆਪਣਾ ਕੁੱਤਾ ਜਾ ਕੇ ਇਨਸਾਨਾਂ ਦੇ ਕਬਰਸਤਾਨ 'ਚ ਦਬ ਦੇਗਾ ਸੀ, ਤੇ ਉਹਦੀ ਕਬਰ ਬਣਾਈ। ਤੇ ਯਾਰ ਕੋ ਖੁਦਾ ਦਾ ਖੌਫ ਕਰੋ। ਕੋਈ ਵੀ ਇਨਸਾਨ ਹੈ, ਚਾਹੇ ਗਾਉਂਦਾ ਹੈ, ਨਮਾਜ਼ ਪੜ੍ਹਦਾ ਹੈ, ਨਹੀਂ ਪੜ੍ਹਦਾ, ਜੋ ਵੀ, ਜਦੋਂ ਇਨਸਾਨ ਫੌਤ ਹੋ ਜਾਂਦਾ, ਕਿਸੇ ਫਿਰਕੇ ਨਾਲ ਤਲਕ ਰੱਖਦਾ ਹੈ, ਕਿਸੇ ਮਸਲਕ ਨਾਲ ਤਲਕ ਰੱਖਦਾ ਹੈ, ਜਦੋਂ ਫੌਤ ਹੋ ਜਾਂਦਾ ਉਹਦਾ ਇਸ ਦੁਨੀਆ ਨਾਲ ਰਾਬਤਾ ਖਤਮ ਹੋ ਜਾਂਦਾ। ਫਿਰ ਖੁਦਾ ਤੇ ਉਹਦੇ ਬੰਦੇ ਦਾ ਮਾਮਲਾ ਹੈ। ਤੇ ਜਿਹੜੇ ਦੇਖੋ ਖੁਦਾ ਹੈ, ਬੰਦਿਆਂ ਨੂੰ ਖੁਦਾ ਨਹੀਂ ਬਣਨਾ ਚਾਹੀਦਾ। ਤੇ ਇੰਤਹਾਈ ਅਫਸੋਸ ਹੋਇਆ ਅਮਾਨੁੱਲਾ ਦਾ। ਹੁਣੇ ਹੀ ਮੈਂ ਚੰਦ ਮਿੰਟ ਪਹਿਲੇ ਇਹ ਵੀਡੀਓ ਸੁਣੀ, ਇੱਕ ਉਹ ਦੋਸਤ ਨੇ ਇੱਕ ਆਡੀਓ ਭੇਜੀ ਸੀ, ਜਿਹਦੇ ਵਿੱਚ ਉਹਨੇ ਦੱਸਿਆ ਕਿ ਅਮਾਨੁੱਲਾ ਦੀ ਤਸਲੀਮ ਦੇ ਉੱਤੇ ਮਸਲਾ ਬਣਿਆ ਸੀ। ਕੁਛ ਮੌਲਵੀ ਉੱਠ ਕੇ ਖੜੇ ਹੋ ਗਏ ਨੇ ਕਿ ਇਹ ਕੰਮ ਨਹੀਂ ਹੋ ਸਕਦਾ ਗਾ। ਕਾਸ਼ ਕਦੇ ਮੌਲਵੀ ਉਹਨਾਂ ਮੌਲਵੀਆਂ ਦੇ ਖਿਲਾਫ ਖੜੇ ਹੋਣ ਜਿਹੜੇ ਮਸਜਿਦਾਂ ਦੇ ਵਿੱਚ ਬੱਚਿਆਂ ਨਾਲ ਜ਼ਿਆਦਤੀ ਕਰਦੇ ਨੇ। ਕਾਸ਼ ਮੌਲਵੀ ਉਹਨਾਂ ਮੌਲਵੀਆਂ ਨਾਲ ਖੜੇ ਹੋਣ ਜਿਹੜੇ ਦਰਬਾਰਾਂ 'ਤੇ ਜਾਂਦੇ ਨੇ ਤੇ ਬੁਰੀ ਤਰ੍ਹਾਂ ਜਾ ਕੇ ਰਸਮਾਂ ਅਦਾ ਕਰਦੇ ਨੇ। ਤੇ ਮੈਂ ਵੇਖ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਇੱਕ ਕੋਈ ਬੰਦਾ ਹੈ, ਉਹਨੇ ਗੱਡੀ ਲਈ ਤੇ ਗੱਡੀ ਦਾ ਖਤਮ ਦਵਾਉਂਦੇ ਨੇ। ਉਹ ਗੱਡੀ ਦਰਮਿਆਨ 'ਚ ਤੇ ਸੱਜੇ ਖੱਬੇ ਹਰ ਪਾਸੇ ਬਹਿ ਕੇ ਕੁਰਾਨ ਨਹੀਂ ਕਰਦੇ ਪਏ ਨੇ। ਯਾਰ ਇਹਨਾਂ ਜਾਹਲਾਂ ਦੇ ਖਿਲਾਫ ਕੋਈ ਫਤਵਾ ਲਾਉਣ ਉਲਮਾ, ਤੇ ਫਿਰ ਪਤਾ ਚੱਲਦਾ ਕਿ ਉਲਮਾ ਜਿਹੜੇ ਸਹੀ ਕੰਮ ਕਰ ਰਹੇ ਨੇ। ਵਰਨਾ ਤੇ ਅਸੀਂ ਉਹੀ ਸਮਝਾਂਗੇ ਕਿ ਜੋ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਸੀ ਕਿ 14ਵੀਂ ਸਦੀ ਦੇ ਉਲਮਾ ਇਸ ਰੁਖ਼ ਜ਼ਮੀਨ ਦੀ ਬਦਤਰੀਨ ਮਖਲੂਕ, ਤੇ ਫਿਰ ਤੇ ਅਸੀਂ ਤੇ ਇਹੋ ਹੀ ਸਮਝਾਂਗੇ। ਅੱਲਾਹ ਤਾਲਾ ਇਹਨਾਂ ਮੌਲਵੀਆਂ ਨੂੰ ਹਦਾਇਤ ਦੇ, ਤੇ ਕਮ ਅਜ਼ ਕਮ ਐਸੇ ਲੋਕ ਹਨ, ਚਾਹੇ ਕੋਈ ਐਕਟਰ ਹੈ, ਚਾਹੇ ਕੋਈ ਜੋ ਵੀ ਹੈ, ਦੇਖੋ ਇਨਸਾਨ ਹੈ, ਸਭ ਤੋਂ ਪਹਿਲੇ ਇਨਸਾਨ ਹੈ। ਬਾਅਦ ਜੋ ਇਸ ਦੁਨੀਆ 'ਤੇ ਆਇਆ ਨੇ, ਹਰ ਇਨਸਾਨ ਨੇ ਆਪਣਾ ਆਪਣਾ ਇੱਕ ਰੋਲ ਅਦਾ ਕਰਨਾ ਹੈ। ਕੋਈ ਇਸ ਦੁਨੀਆ 'ਤੇ ਹੁੰਦਾ, ਕੋਈ ਡਾਕਟਰ ਬਣ ਜਾਂਦਾ, ਕੋਈ ਇੰਜੀਨੀਅਰ ਬਣ ਜਾਂਦਾ, ਕੋਈ ਬ੍ਰਿਗੇਡੀਅਰ ਬਣ ਜਾਂਦਾ ਹੈ, ਕੋਈ ਜਿਹੜਾ ਵਿਚਾਰਾ ਜਿਹੜਾ ਉਹ ਮਿਹਨਤ ਮਜ਼ਦੂਰੀ ਕਰਦਾ, ਮਜ਼ਦੂਰ ਬਣਦਾ ਹੈਗਾ, ਠੀਕ ਹੈ। ਤੇ ਇਸ ਚੀਜ਼ ਦੁਨੀਆ ਦੇ ਉੱਤੇ ਹਰ ਇਨਸਾਨ ਆਉਂਦਾ ਹੈ, ਉਹਦਾ ਆਪਣਾ ਆਪਣਾ ਰੋਲ ਹੈ। ਤੇ ਬਾਕੀ ਜਿੱਥੋਂ ਦਾ ਜਜ਼ਾ ਸਜ਼ਾ ਦਾ ਮਾਮਲਾ, ਉਹ ਖੁਦਾ ਦੇ ਉੱਤੇ ਛੱਡਣਾ ਚਾਹੀਦਾ। ਚਾਹੇ ਕਿਸੇ ਫਿਰਕੇ ਨਾਲ ਕੋਈ ਤਲਕ ਰੱਖਦਾ ਹੈ, ਚਾਹੇ ਕਿਸੇ ਮਜ਼ਹਬ ਨਾਲ ਤਲਕ ਰੱਖਦਾ ਹੈ, ਅੱਲਾਹ ਤਾਲਾ ਸਭ ਦੇ ਉੱਤੇ ਆਪਣਾ ਫਜ਼ਲ ਕਰੇ। ਤੇ ਇੰਤਹਾਈ ਦੁੱਖ ਤੇ ਤਕਲੀਫ ਹੋਈ ਜਦੋਂ ਮੈਨੂੰ ਪਤਾ ਚੱਲਿਆ ਕਿ ਅਮਾਨੁੱਲਾ ਉਹਦੇ ਤਦਫੀਨ ਦੇ ਉੱਤੇ ਮਸਲਾ ਬਣਿਆ ਸੀ। ਤੇ ਐਸੇ ਮਸਲਾ ਬਣਿਆ ਸੀ ਕਿ ਉਹ ਇੱਕ ਕਾਮੇਡੀਅਨ ਸੀ, ਉਹ ਇੱਕ ਮਜ਼ਾਕ ਦੇਖੋ, ਜਿਹਦੇ ਮਜ਼ਾਕ ਕਰਕੇ ਉਹਨੇ ਕਦੀ ਕਿਸੇ ਨੂੰ ਕੋਈ ਪੱਥਰ ਤੇ ਨਹੀਂ ਮਾਰਿਆ, ਕੋਈ ਇੱਟ ਤੇ ਨਹੀਂ ਮਾਰੀ, ਕਿਸੇ ਨੂੰ ਗਾਲ ਤੇ ਨਹੀਂ ਕੱਢੀ ਗਈ, ਕਿਸੇ ਨੂੰ ਕੋਈ ਹੋਰ ਤਕਲੀਫ ਨਹੀਂ ਦਿੱਤੀ। ਦੇਖੋ ਬਾਕੀ ਜਿਹੜਾ ਜਜ਼ਾ ਸਜ਼ਾ ਦਾ, ਜਾਂ ਉਹਨੇ ਨਮਾਜ਼ ਪੜ੍ਹੀ ਹੈ ਨਹੀਂ ਪੜ੍ਹੀ, ਇਹ ਖੁਦਾ ਤੇ ਉਸ ਬੰਦੇ ਦਾ ਤਾਲੁਕ ਹੈ, ਨਾ ਕਿ ਇਨਸਾਨਾਂ ਨੂੰ ਖੁਦਾ ਬਣਨਾ ਚਾਹੀਦਾ, ਠੀਕ ਹੈ। ਅੱਲਾਹ ਤਾਲਾ ਸਭ ਨੂੰ ਆਪਣੇ ਜ਼ਬਾਨ 'ਚ ਰੱਖੇ। ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਦੋਸਤਾਂ ਨੂੰ ਜਿਹੜੀ ਇਹ ਮੇਰੀ ਸਿੰਪਲ ਜਿਹੀ ਗੱਲ ਹੈ, ਅਗਰ ਉਹਨਾਂ ਨੂੰ ਸਮਝ ਆਏ ਤਾਂ ਅੱਛੀ ਗੱਲ ਹੈ। ਖੁਦਾ ਵੇ, ਬੰਦਾ ਖੁਦਾ ਨੇ, ਤੇ ਬੰਦੇ ਨੂੰ ਆਪਣੀ ਔਕਾਤ 'ਚ ਰਹਿਣਾ ਚਾਹੀਦਾ ਹੈ। ਇਹ ਮੇਰਾ ਪੈਗਾਮ ਹੈ ਸਭ ਨੂੰ। ਤੇ ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ।